कितने बच्चे ने? एक बेटी है, 3 बेटियां फौत हो गई हैं, एक बेटा मेरा 2 साल का फौत होया, लेकिन ਉਹਦੀ ਜ਼ਿੰਮੇਦਾਰ ਮੇਰੀ ਬੇਗਮ ਹੈ। उस टाइम निकली है तुसी उस टाइम किथे सी ਤੁਹਾਨੂੰ ਪਤਾ ਸੀ ਜੇ ਦੱਸ ਕੇ ਗਈ ਹੈ? ਨਹੀਂ ਉਸ ਟਾਈਮ ਸਾਨੂੰ ਨੀਂਦ ਦੀਆਂ ਗੋਲੀਆਂ ਦੇ ਗਈ ਹੈ, ਮੇਰਾ ਬੇਟਾ ਜਿਹੜਾ ਨਾ ਮਰ ਗਿਆ ਨੀਂਦ ਦੀਆਂ ਗੋਲੀਆਂ। ਉਹਨੇ ਪਹਿਲੇ ਨਸ਼ੇ ਦੀਆਂ ਗੋਲੀਆਂ ਖਿਲਾਈਆਂ ਨੇ ਤੁਹਾਨੂੰ ਵੀ ਔਰ ਇਸ ਬੇਟੀ ਨੂੰ ਵੀ? ਹਾਂਜੀ, ਤੇ ਦੁਨੀਆ ਦੀ ਹਰ ਚੀਜ਼ ਨੂੰ ਮੈਂ ਦਿੱਤੀ ਹੈ। ਜਿਸ ਤਰ੍ਹਾਂ ਕਿ ਬੁਲਬੁਲ ਦਾ ਬੱਚਾ ਨਹੀਂ ਹੁੰਦਾ, ਮੈਂ ਇਸ ਤਰ੍ਹਾਂ ਨੂੰ ਰੱਖਿਆ ਹੈ। ਇੰਨਾ ਕੁਝ ਉਹਦੇ ਨਾਲ ਕੀਤਾ ਲੇਕਿਨ ਉਹਦੇ ਬਾਵਜੂਦ ਬੇਵਫਾਈ ਕਰਕੇ ਚਲੇ ਗਈ। ਬੇਨਸਲੀ ਬਾਪ ਦੀ ਧੀ ਸੀ। ਆ ਵੇਖੋ ਅਸਲੀ ਮਾਂ ਅਸਲੀ ਬਾਪ ਦੀ ਧੀ ਹੈ ਨਾ, ਤੇ ਮੇਰੇ ਨਾਲ ਰੂੜੀ ਤੇ ਬਹਿ ਕੇ, ਸੜਕਾਂ ਤੇ ਬਹਿ ਕੇ, ਦਰਬਾਰਾਂ ਤੇ ਬਹਿ ਕੇ ਮੇਰਾ ਨੇ ਸਾਥ ਨਹੀਂ ਛੱਡਿਆ। ਉਸ ਮੁੰਡੇ ਨੇ ਕਿਹਾ ਕਿ ਮੈਂ ਤੇਰੀ ਬੁੱਢੀ ਨੂੰ ਮਰਵਾ ਕੇ ਨਾ, ਤੇਰੀ ਬੁੱਢੀ ਨੂੰ ਚੁਕਵਾ ਕੇ ਤੇ ਮੈਂ ਤੇਰੇ ਤੇ ਪਾ ਦਿਆਂ, ਤੇਰਾ ਪੂਰਾ ਟੱਬਰ ਮਰਵਾ ਦਿਆਂ। माँ क्या करती थी घर पे जब? लड़कों को बुलाती थी। वन पॉइंट की वीडियोस देखने के लिए हमारा चैनल सब्सक्राइब कीजिए ताकि आप हमारी तमाम आने वाली वीडियो से बाखबर रह सकें। अस्सलाम वालेकुम नाज़रीन, मैं हूं आपके साथ आका मेज़बान नईम भट्टी और आप देख रहे हैं 1 पॉइंट। नाज़रीन इस वक्त तो आपको जो मेरे साथ एक शख्स नज़र आ रहा है और जिसके साथ एक छोटी सी मासूम सी बच्ची है, इसकी बीवी जो है अपने ही आशना के साथ घर से भाग गई, घर से भागी और जाके उससे निकाह कर लिया और इसके सामने रह रही है, यानी कि इस भाई के बिल्कुल घर के सामने रह रही है और घर से 5 लाख रुपया भी उठा के ले गई है और अब इस भाई को धमकियां दे रही है कि मैंने तुम्हें शूट करवा देना है, तुम्हें मरवा देना है। अब ये भाई मीडिया पे आने पे मजबूर है। सारी कहानी इस भाई की ज़ुबानी जानते हैं कि आखिर ये नौबत यहाँ तक कैसे पहुँची कि इतनी हस्ती बस्ती ज़िंदगी और बीवी छोड़कर अपने ही आशना के साथ घर से भाग गई है। अस्सलाम वालेकुम। वालेकुम सलाम। भाई क्या नाम है? ਰਾਣਾ ਸ਼ਬਾਜ਼। शबाज भी की करते हो? ਮੈਂ ਪਾਵਰ ਲੂਮਾਂ ਦਾ ਕੰਮ ਕਰਦਾ। किस चीज़ का? ਪਾਵਰ ਲੂਮਾਂ ਦਾ। पावर लुमा का काम करते हो? कितने बच्चे ने? एक बेटी है। एक ही बेटी? हाँ जी, 3 बेटियां मेरियां फौत हो गई ने। जब माँ को कदर ना औलाद की, 3 बेटियां फौत हो गई ने, एक बेटा मेरा 2 साल का फौत होया, लेकिन ਉਹਦੀ ਜ਼ਿੰਮੇਦਾਰ ਮੇਰੀ ਬੇਗਮ ਹੈ। ਅੱਛਾ, ਕੀ ਵਾਕਿਆ ਹੋਇਆ ਸੀ ਕਿ बीवी ਹਸਤਾ ਵਸਦਾ ਘਰ ਛੱਡ ਕੇ ਤੇ ਜਨਾਬ ਦੂਸਰੇ ਘਰ ਚਲੇ ਗਈ ਉਸ ਲੜਕੇ ਦੇ ਨਾਲ? ਲੜਕਾ ਕੌਣ ਸੀ? ਲੜਕਾ ਹਮਸਾਇਆ ਦਾ। ਹਮਸਾਇਆ ਸੀ? ਹਾਂਜੀ ਪਹਿਲੇ ਵੀ ਕभी ਉਹਦਾ ਆਉਣ ਜਾਣਾ ਐਸੇ? ਹਾਂਜੀ ਹਾਂ, ਵੀ ਇਹੀ ਵੀ ਉਹਨਾਂ ਦੇ ਘਰ ਜਾਂਦੇ ਹਾਂ, ਉਹਨਾਂ ਦੀ ਸਾਰੀ ਫੈਮਿਲੀ ਸਾਡੇ ਘਰ ਆਂਦੀ, ਬਹੁਤ ਅਸੀਂ ਕਲੋਜ਼ ਹਾਂ। ਉਹਦੀ ਬੇਗਮ, ਉਹਦੀਆਂ ਭਰਜਾਈਆਂ ਅੱਛਾ, ਮੇਰੇ ਨਾਲ ਆਪਣੇ ਪੇਕੇ ਜਾਂਦੀਆਂ ਹੈ, ਲੇਕਿਨ ਫੈਮਿਲੀ ਤਾਲੁਕਾਤ। ਹਾਂ ਜੀ, ਫੈਮਿਲੀ ਤਲਕ। ਲੇਕਿਨ ਉਹ ਪਤਾ ਨਹੀਂ ਸੀ ਕਿ ਉਹ ਦਰਿੰਦਾ ਜਿਹੜਾ ਹੈ ਨਾ ਘਰ ਦੇ ਬੁਰੀ ਨਿਗਾਹ ਦੇ ਘਰ। ਖੁਦ ਫੋਨ ਕਰਦਾ ਹੁੰਦਾ ਹੈ ਕਿ ਸ਼ਬਾਦ ਮੈਨੂੰ ਵੀ ਔਰ ਮੇਰੇ ਭਾਈ ਛੋਟੇ ਨੂੰ ਵੀ, ਯਾਰ ਇਹਨਾਂ ਨੂੰ ਘਰ ਲਾਈ। ਉਹ ਤਿੰਨੇ ਭੈਣਾਂ ਇੱਕ ਘਰ ਵਿਆਹੀਆਂ ਨੇ, ਅੱਛਾ, ਜਿਹੜੀ ਉਹਦੀ ਪਹਿਲੀ ਬੇਗਮ ਹੈ। ਠੀਕ ਹੈ, ਤੇ ਉਹਨਾਂ ਦੇ ਮੈਂ ਮਾਂ ਪਿਓ ਦੇ ਘਰ ਵੀ ਲੈ ਕੇ ਜਾਣਾ, ਕਿਤੇ ਬਾਜ਼ਾਰ ਜਾਣਾ ਮੈਂ ਲੈ ਕੇ ਤੁਰ ਜਾਣਾ ਕਰਨਾ। ਲੇਕਿਨ ਅਸੀਂ ਬਗੈਰਤ ਪਿਓ ਦੇ ਪੁੱਤਰ ਨਹੀਂ ਸਾਂ, ਅਸੀਂ ਰਾਜਪੂਤਾਂ ਦੇ ਬਾਲ ਹਾਂ, ਅਸੀਂ ਕਿਸੇ ਦੇ ਨਾਲ ਗਲਤ ਨਹੀਂ ਕਰਦੇ ਹੈਗੇ। ਅਗਰ ਜੇ ਕਿਸੇ ਨਾਲ ਗਲਤ ਕਰਨ ਵਾਲੇ ਹੁੰਦੇ ਤੇ ਅੱਜ ਸਾਡੇ ਨਾਲ ਗਲਤ ਨਾ ਹੁੰਦਾ। ਤੇ ਅੱਜ ਅਸੀਂ ਮੀਡੀਆ ਦੇ ਨਾਂ ਦੇ ਹੁਣ ਨੂੰ ਅਗਲੇ ਦਾ ਕੰਮ ਤਮਾਮ ਕੀਤਾ ਹੁੰਦਾ। ਅੱਛਾ, ਕਿਸ ਤਰ੍ਹਾਂ ਇਹ ਵਾਕਿਆ ਹੋਇਆ? ਛੱਡ ਕੇ ਕਿਸ ਤਰੀਕੇ ਨਾਲ ਚਲੇ ਗਈ? ਕੁਛ ਉਹਦਾ ਮਾਂ ਪਿਓ ਬਗੈਰਤ ਹੀ ਮੇਰੀ ਬੁੱਢੀ ਦਾ, ਕਿਉਂਕਿ ਜਿਹਨੂੰ ਹਮੇਸ਼ਾ ਖਵਾਵਾਂਗੇ ਨਾ, ਤੁਸੀਂ ਮੈਨੂੰ ਖਵਾਓਗੇ ਨਾ, ਮੈਂ ਤੁਹਾਡਾ ਦੁਸ਼ਮਣ ਬਣ ਜਾਵਾਂਗਾ। ਉਹਨਾਂ ਦਾ ਬਹੁਤ ਸਾਥ ਕੀਤਾ ਆਪਣੇ ਮੈਂ ਸਹੁਰਿਆਂ ਦਾ। ਬੇਗਮ ਕੁਛ ਵੀ ਨਹੀਂ ਆਪਣੇ ਘਰੋਂ ਲੈ ਗਈ। ਮੈਂ ਆਪਣੀ ਮਿਹਨਤ ਦੇ ਸਿਰ ਤੇ 1 ਸਾਲ ਦੇ ਵਿੱਚ ਮੈਂ ਫਰਿੱਜਾਂ ਸਿੱਧਾ ਹਰ ਚੀਜ਼ ਨੂੰ ਬਣਾ ਦਿੱਤੀ। ਹਰ ਚੀਜ਼ ਬਣਾ ਕੇ? ਹਾਂਜੀ, ਇਹ ਮੇਰੀ ਬੇਟੀ ਹੋਈ ਸੀ ਤੇ ਕਹਿੰਦੀ ਇਹ ਮੇਰੇ ਕੋਲ ਤੁਰ ਕੇ ਨਹੀਂ ਹੁਣ ਜਾਇਆ ਜਾਂਦਾ ਹੈਗਾ, ਆਪਣੀ ਅੰਮੀ ਅੱਬੂ ਘਰ। ਮੈਨੂੰ ਮੋਟਰਸਾਈਕਲ ਦੀ ਇਜਾਜ਼ਤ ਨਹੀਂ ਹੈ ਤੇ ਮੋਟਰਸਾਈਕਲ ਲੈ। ਮੈਂ 0 ਮੀਟਰ ਮੋਟਰਸਾਈਕਲ ਜਿਹੜੀ ਹੈ ਨਾ, ਉਹਦੀ ਖੁਸ਼ੀ ਵਾਸਤੇ ਲੈ। ਦੂਸਰੇ ਦਿਨ ਮੈਂ ਕਿਹਾ, ਦੂਸਰੇ ਦਿਨ ਮੈਂ ਮੋਟਰਸਾਈਕਲ ਲੈ ਦਿੱਤੀ ਆਪਣੇ ਛੋਟੇ ਭਰਾ ਨੂੰ ਕਿ ਚੱਲ ਇਹਦੇ ਕੋਲ ਮੈਂ ਜਾ ਸਿੱਖ ਲਾਂਗਾ। ਤੇ ਨਾਲੇ ਮੇਰਾ ਛੋਟਾ ਭਾਈ ਮੇਰਾ ਸ਼ਾਗਿਰਦ ਸੀ। ਤੇ ਦੁਨੀਆ ਦੀ ਹਰ ਚੀਜ਼ ਨੂੰ ਮੈਂ ਦਿੱਤੀ ਹੈ। ਜਿਸ ਤਰ੍ਹਾਂ ਕਿ ਬੁਲਬੁਲ ਦਾ ਬੱਚਾ ਨਹੀਂ ਹੁੰਦਾ, ਮੈਂ ਇਸ ਤਰ੍ਹਾਂ ਨੂੰ ਰੱਖਿਆ ਹੈ। ਜਿਨ੍ਹਾਂ ਦੇ ਸਾਹਮਣੇ ਰੱਖਿਆ ਹੈ, ਮੇਰੇ ਰਿਸ਼ਤੇਦਾਰ, ਉਹਦੇ ਭੈਣ ਭਰਾ, ਮੇਰੇ ਮਹੱਲੇਦਾਰ, ਪੂਰਾ ਸਾਰੇ ਜਾਣਦੇ ਨੇ ਕਿ ਮੈਨੂੰ ਪਤਾ ਹੈ ਕਿ ਯਾਨੀ ਕਿ ਬੜਾ ਅੱਛੇ ਤਰੀਕੇ ਨਾਲ। ਹਾਂਜੀ, ਕਿਉਂਕਿ ਇਹ ਮੈਂ ਮੀਡੀਆ ਦੇ ਉੱਤੇ ਗੁਫ਼ਤਗੂ ਕਰਨਾ ਪਿਆ ਵਾਂ, ਮੈਂ ਇੰਨੀ ਕਾਦ ਦੇ ਵਿੱਚ ਨੂੰ ਰੱਖਿਆ ਸੀ ਤੇ ਮੈਂ ਮੀਡੀਆ ਦੇ ਉੱਤੇ ਬੋਲਣਾ ਪਿਆ ਨਾ। ਜ਼ਾਹਰ ਹੈ ਜੇ ਮੈਂ ਨਕੰਮਾ ਹੁੰਦਾ ਨਾ ਤੇ ਮੈਂ ਅਲਫਾਜ਼ ਮੀਡੀਆ ਦੇ ਨਹੀਂ ਬੋਲਣੇ, ਇਹ ਸਾਰੇ ਸੁਣਨਗੇ। ਤੇ ਇੰਨਾ ਕੁਝ ਉਹਦੇ ਨਾਲ ਕੀਤਾ ਲੇਕਿਨ ਉਹਦੇ ਬਾਵਜੂਦ ਬੇਵਫਾਈ ਕਰਕੇ ਚਲੇ ਗਈ ਔਰ ਉਸ ਸ਼ਖਸ ਪਿਓ ਦੀ ਪੁੱਤਰ ਸੀ ਨਾ, ਬੇਨਸਲੀ ਬਾਪ ਦੀ ਧੀ ਸੀ। ਆ ਵੇਖੋ ਅਸਲੀ ਮਾਂ ਅਸਲੀ ਬਾਪ ਦੀ ਧੀ ਹੈ ਨਾ, ਤੇ ਮੇਰੇ ਨਾਲ ਰੂੜੀ ਤੇ ਬਹਿ ਕੇ, ਸੜਕਾਂ ਤੇ ਬਹਿ ਕੇ, ਦਰਬਾਰਾਂ ਤੇ ਬਹਿ ਕੇ ਮੇਰਾ ਨੇ ਸਾਥ ਨਹੀਂ ਛੱਡਿਆ। ਇਸ ਬੱਚੀ ਨੂੰ ਮੈਂ ਕੋਠੀ ਦੇ ਵਿੱਚ ਵਾਰ ਦਿੱਤਾ। ਮੇਰਾ ਦੋਸਤ ਮਕਸਦ ਹੁੰਦਾ ਕਿ ਰੇਂਜ ਲਾਉਂਦਾ, ਉਹਨੂੰ ਪਤਾ ਲੱਗਾ। ਹਾਲੇ ਕਿ ਮੇਰਾ ਭੈਣ ਭਰਾ ਨਹੀਂ ਕੋਈ ਮਗਰ ਆਇਆ ਇੱਥੇ, ਉਹ ਮੇਰੀ ਬੱਚੀ ਨੂੰ ਲੈ ਗਿਆ, ਉਹਨੇ ਸੋਹਣੇ ਕੱਪੜੇ ਲੈ ਕੇ ਦਿੱਤੇ ਨੇ ਤੇ ਜ਼ਬਰਦਸਤੀ ਮੇਰੇ ਕੋਲੋਂ ਮੈਨੂੰ ਗਾਲਾਂ ਵੀ ਕੱਢੀਆਂ। ਛੋਟਾ ਭਰਾ ਸਮਝ ਕੇ ਉਹਨੇ ਆਪਣੇ ਘਰ ਕੋਠੀ ਦੇ ਵਿੱਚ ਰੱਖਿਆ। ਉਹਨੇ ਕਿਹਾ ਤੂੰ ਨਹੀਂ ਨਾ ਰਹਿਣਾ, ਇਹ ਬੱਚੀ ਹੈ ਸਾਡੀ ਭਤੀਜੀ ਹੈ, ਇਹਨੂੰ ਸਾਡੇ ਘਰ ਆ। ਜਦੋਂ ਸ਼ਬਾਦ ਭਾਈ ਮੈਨੂੰ ਦੱਸੋ ਕਿ ਘਰ ਦੇ ਵਿੱਚ ਜਦੋਂ ਲੜਕਾ ਆਂਦਾ ਸੀ
ਤੇ ਪਤਾ ਨਹੀਂ ਸੀ ਉਹਦੇ ਚਾਲ ਚੱਲਣ ਦਾ? ਉਹ ਸਾਡੇ ਘਰ ਨਹੀਂ ਸੀ ਆਂਦਾ। ਤੁਹਾਨੂੰ ਨਹੀਂ ਚਾਲ ਚੱਲਣ ਤੋਂ ਪਤਾ ਚੱਲਿਆ ਬੀਵੀ ਦੇ ਕਿ ਯਾਰ ਇਹਦੇ ਕਿਸੇ ਨਾਲ ਨਾਜਾਇਜ਼ ਤਾਲੁਕ ਆ? ਦੱਸਿਆ ਹੈ, ਉਹਦੀ ਬੇਗਮ ਨੇ ਵੀ ਦੱਸਿਆ ਹੈਗਾ ਭਾਈ ਤੇਰੀ ਜਿਹੜੀ ਬੇਗਮ ਹੈ ਨਾ। ਅੱਛਾ, ਉਹ ਪਹਿਲੇ ਸ਼ਾਦੀशुदा ਹੈ? ਹਾਂਜੀ, ਉਹਦੀ ਬੇਗਮ ਦੇ 4 ਬੱਚੇ ਨੇ ਉਹਦੇ। ਤੇ ਮੇਰੇ ਘਰਦਿਆਂ ਨੇ ਵੀ ਦੱਸਿਆ, ਅੱਗੋਂ ਮੇਰੇ ਘਰਦਿਆਂ ਨੇ ਵੀ ਉਲਟ ਹੋਈ ਹੈ, ਅੱਗੋਂ ਉਹਨੂੰ ਵੀ ਉਲਟ ਹੋਈ ਹੈ। ਤੇ ਮੈਂ ਸਗੋਂ ਉਹਦੀ ਬੇਗਮ ਦੀ ਬੜੀ ਇੱਜ਼ਤ ਕਰਨਾ ਹਾਂ। ਉਹ ਮੈਨੂੰ ਉਹਦੇ ਮੈਂ ਪੇਕੇ ਵੀ ਲੈ ਕੇ ਜਾਣਾ, ਮੈਂ ਉਹਦੇ ਘਰ ਜਾਣਾ, ਮੈਨੂੰ ਚਾਹ ਪਾਣੀ ਵੀ ਪਿਆਉਂਦੀ ਸੀ। ਜਦੋਂ ਉਹਨੇ ਮੈਨੂੰ ਸ਼ਿਕਾਇਤ ਲਾਈ ਹੈ ਨਾ, ਮੇਰੇ ਘਰਦਿਆਂ ਨੂੰ ਲਾਈ ਹੈ, ਮੈਂ ਸਗੋਂ ਆਪਣੀ ਬੇਗਮ ਦੇ ਮਗਰ ਲੱਗ ਕੇ ਉਹਦੇ ਹੱਥੀ ਵੀ ਪਿਆ ਹਾਂ। ਜਦੋਂ ਉਹਨੇ ਕਸਮਾਂ ਚੁੱਕ ਲੀਆਂ ਮੇਰੀ ਬੇਗਮ ਨੇ, ਠੀਕ ਹੈ, ਮੈਂ ਫਿਰ ਵੀ ਆਪਣੀ ਬੇਗਮ ਦਾ ਸਾਥ ਦਿੱਤਾ ਤੇ ਉਸ ਔਰਤ ਦੇ ਮੈਂ ਹੱਥੀ ਵੀ ਪਿਆ ਹਾਂ। ਫਿਰ ਵੀ ਉਸ ਔਰਤ ਨੇ ਕਿਸੇ ਵਕਤ ਨੂੰ ਮੈਨੂੰ ਫਿਰ ਵੀ ਵੀਰ ਕਰਕੇ ਬੁਲਾ ਲਿਆ। ਕਿਸੇ ਵਕਤ ਨੂੰ ਮੈਨੂੰ ਵੀਰ ਕਰਕੇ ਬੁਲਾ ਲਿਆ ਤੇ ਮੈਂ ਉੱਥੋਂ ਜਗ੍ਹਾ ਵੇਚ ਕੇ ਚਲਾ ਗਿਆ ਕਿ ਅੱਜ ਲੜਾਈ ਹੋਈ ਹੈ, 2 ਵਾਰੀ ਹੋਈ ਹੈ, ਕੱਲ ਨੂੰ ਇੱਥੇ ਰਵਾਂਗਾ ਨਾ ਤੇ ਫਿਰ ਲੜਾਈ ਹੋਏਗੀ ਇਹਨਾਂ ਦੇ ਨਾਲ। ਅੱਛਾ ਵਕਤ ਗੁਜ਼ਰਦਾ ਪਿਆ। ਮੈਨੂੰ ਇੱਕ ਗੱਲ ਦੱਸੋ ਕਿ ਜਿਸ ਟਾਈਮ ਨਿਕਲੀ ਹੈ ਤੁਸੀਂ ਉਸ ਟਾਈਮ ਕਿੱਥੇ ਸੀ? ਤੁਹਾਨੂੰ ਪਤਾ ਸੀ? ਦੱਸ ਕੇ ਗਈ ਹੈ? ਨਹੀਂ, ਉਸ ਟਾਈਮ ਸਾਨੂੰ ਨੀਂਦ ਦੀਆਂ ਗੋਲੀਆਂ ਦੇ ਗਈ ਹੈ। ਮੇਰਾ ਬੇਟਾ ਜਿਹੜਾ ਨਾ ਮਰ ਗਿਆ ਨੀਂਦ ਦੀਆਂ ਗੋਲੀਆਂ ਦੇ ਨਾਲ। ਮੇਰੇ ਪੈਸੇ ਲੈ ਕੇ ਨਸਰੇਂ ਜ਼ਾਹਰ ਨੇ ਮੈਂ ਜਗ੍ਹਾ ਵੇਚੀ, 2 ਲੱਖ ਰੁਪਈਆ ਅੱਗੋਂ ਮੈਂ ਦਿੱਤਾ ਸੀ ਬਿਆਨਾ ਜਗ੍ਹਾ ਦਾ ਜਿਹੜੀ ਮੈਂ ਲੈਣੀ ਸੀ। 5 ਲੱਖ ਘਰ ਪਿਆ ਸੀ ਤੇ 4 ਲੱਖ ਰੁਪਈਆ ਜਿਹੜਾ ਨਾ ਮੇਰਾ ਉਹ ਹਲੇ ਮੈਂ ਬਕਾਇਆ ਲੈਣਾ ਸੀ। ਤੇ ਉਹਨੇ ਪਹਿਲੇ ਨਸ਼ੇ ਦੀਆਂ ਗੋਲੀਆਂ ਖਿਲਾਈਆਂ ਨੇ ਤੁਹਾਨੂੰ ਵੀ ਔਰ ਇਸ ਬੇਟੀ ਨੂੰ ਵੀ? ਹਾਂਜੀ, ਤੇ ਉਹ ਬੇਟੇ ਨੂੰ ਵੀ। ਤੇ ਸਰਦੀ ਹੀ ਬਹੁਤ ਜ਼ਿਆਦਾ। ਬੇਟਾ ਫੌਤ ਹੋ ਗਿਆ? ਉਹ ਬੇਟਾ ਫੌਤ ਹੋ ਗਿਆ। ਤੇ ਹੁਣ ਧਮਕੀਆਂ ਦੇ ਰਹੀ ਹੈ? ਹਾਂਜੀ, ਹੁਣ ਧਮਕੀਆਂ ਦੇ ਰਹੀ। ਕੀ ਕਹਿ ਰਹੀ ਹੈ? ਉਹਨੇ ਤੇ ਮੇਰੇ ਨਾਲ ਹਲੇ ਸਿੱਧਾ ਆਮਣਾ ਸਾਹਮਣਾ ਨਹੀਂ ਹੋਇਆ, ਕੋਈ ਗੁਫ਼ਤਗੂ ਵੀ ਨਹੀਂ ਹੋਈ। ਮੇਰੀ ਬੱਚੀ 1-2 ਵਾਰੀ ਮਿਲਣ ਗਈ ਉਹਨੂੰ, ਲੇਕਿਨ ਬਾਰੋਂ ਬਾਰ ਮੇਰੇ ਤੇ ਹਮਲੇ ਹੁੰਦੇ ਨੇ, ਠੀਕ ਹੈ, ਬਾਰੋਂ ਬਾਰ ਹਮਲੇ ਹੁੰਦੇ ਨੇ। ਲੇਕਿਨ ਉਸ ਮੁੰਡੇ ਨੇ ਕਿਹਾ ਕਿ ਮੈਂ ਤੇਰੀ ਬੁੱਢੀ ਨੂੰ ਮਰਵਾ ਕੇ ਨਾ, ਤੇਰੀ ਬੁੱਢੀ ਨੂੰ ਚੁਕਵਾ ਕੇ ਤੇ ਮੈਂ ਤੇਰੇ ਤੇ ਪਾ ਦਿਆਂ, ਤੇਰਾ ਪੂਰਾ ਟੱਬਰ ਮਰਵਾ ਦਿਆਂ। ਉਸ ਮੁੰਡੇ ਨੇ ਮੈਨੂੰ ਕਿਹਾ। ਉਸ ਲੜਕੇ ਨੇ? ਤੂੰ ਇੰਟਰਵਿਊ ਕੀ ਨਾਮ ਹੈ ਉਹਦਾ? ਅਜ਼ੇਬ ਚੌਧਰੀ ਸ਼ਬੀਰ ਮਹਿਰ ਦੀ ਫੈਕਟਰੀ 'ਚ ਕੰਮ ਕਰਦਾ ਗੱਤੇ ਦਾ, ਠੀਕ ਹੈ, ਆਲਮ ਚੌਂਕ ਦੇ ਵਿੱਚ। ਉਹਨੇ ਕਿਹਾ ਮੈਂ ਤੈਨੂੰ ਮਰਵਾ ਦੇ? ਹਾਂ, ਨਹੀਂ, ਉਹਨੇ ਕਿਹਾ ਮੈਂ ਤੇਰੀ ਬੁੱਢੀ ਨੂੰ ਮਰਵਾ ਕੇ ਨਾ ਤੇਰੇ ਤੇ ਪਾ ਦਿਆਂ, ਤੇਰੇ ਉੱਤੇ ਪਾ ਦਿਆਂ। ਜ਼ਾਹਰ ਪੈਂਦੀ ਹੈ ਮੇਰੇ ਉੱਤੇ, ਮੇਰੇ ਘਰ ਦੇ ਬਿਲਕੁਲ ਸਾਹਮਣੇ। ਕੱਲ ਨੂੰ ਕੋਈ ਵੀ ਘਾਟਾ ਵਾਧਾ ਉਹਦੇ ਨਾਲ ਹੋ ਜਾਂਦਾ ਤੇ ਮੇਰੇ ਤੇ ਪੈਂਦੀ ਹੈ। ਕਾਨੂੰਨ ਨੇ ਕਹਿਣਾ ਕਿ ਤੇਰੀ ਬੁੱਢੀ ਨੱਚ ਗਈ ਤੇ ਤੂੰ ਉਹਨੂੰ ਮਾਰ ਛੱਡਿਆ। ਅੱਛਾ ਭਾਈ, ਲਾਸਟ ਤੇ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਕਿ ਆਪਣੇ ਘਰ ਦੇ ਵਿੱਚ ਹੀ ਆਪਣੇ ਦੋਸਤ ਲੈ ਆਉਂਦੇ ਨੇ ਔਰ ਆਪਣੀ ਬੀਵੀਆਂ ਦੇ ਕੋਲ ਬਿਠਾ ਦਿੰਦੇ ਨੇ? ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ? ਮੈਂ ਮੈਸੇਜ ਇਹ ਹੀ ਦੇਣਾ ਚਾਹੁੰਦਾ ਵਾਂ ਕਿ ਕਦੀ ਵੀ ਕਿਸੇ ਨੂੰ ਆਪਣਾ ਸਕਾ ਭਰਾ ਨਾ ਸਮਝੋ। ਸਕਾ ਭਰਾ ਉਹ ਹੀ ਹੁੰਦਾ ਹੈ ਕਿ ਜਿਹੜਾ ਆਪਣੇ ਮਾਂ ਦੇ ਪੇਟ 'ਚ ਹੁੰਦਾ, ਠੀਕ ਹੈ। ਹੋਰ ਕੋਈ ਸਕਾ ਨਹੀਂ ਹੈ ਕਿਸੇ ਦਾ, ਠੀਕ ਹੈ। ਬੀਵੀ ਹੈ ਨਾ, ਬੀਵੀ ਨੂੰ ਪਿਆਰ ਕਰੋ, ਲੇਕਿਨ ਇੰਨਾ ਕੁ ਪਿਆਰ ਕਰੋ ਕਿ ਉਹਦਾ ਪਿਆਰ ਜਿਹੜਾ ਨਾ ਆਪਣੇ ਦਿਲ ਦੇ ਵਿੱਚ ਰੱਖੋ। ਉਹਦਾ ਪਿਆਰ ਦਿਲ 'ਚ ਰੱਖੋ, ਉਹਨੂੰ ਇੰਨਾ ਪਿਆਰ ਨਾ ਕਰੋ ਕਿ ਉਹਨੂੰ ਜ਼ਾਹਰ ਕਰਕੇ ਨਾ ਵਾਹੋ ਪਿਆਰ, ਕਿ ਉਹ ਆਪਣੀ ਕਾਜ 'ਚੋਂ ਬਾਹਰ ਹੋਈਏ, ਠੀਕ ਹੈ। ਲੇਕਿਨ ਨੁਕਸਾਨ ਉਹਨਾਂ ਦਾ ਹੀ ਹੁੰਦਾ। ਮੈਨੂੰ ਵੀ ਮਾਸ਼ਾਅੱਲਾ ਮੇਰੇ ਘਰ ਰਿਸ਼ਤੇ ਵੀ ਆਏ ਨੇ, ਮੈਂ ਬਰਬਾਦ ਵੀ ਹੋਇਆ ਤਾਂ ਵੀ ਮੇਰੇ ਘਰ ਰਿਸ਼ਤੇ ਆਏ ਨੇ। ਲੇਕਿਨ ਮੈਂ ਇਸ ਘਰ ਦਾ ਮਾਲਕ ਸਾਂ ਨਾ, ਮੇਰੇ ਘਰ ਰੱਬ ਨੇ ਰਿਸ਼ਤੇ ਭੇਜੇ ਨੇ। ਲੇਕਿਨ ਮੈਂ ਬੱਚੀ ਨੂੰ ਵੇਖ ਕੇ ਹੁਣ ਕਿੱਥੇ ਸੌਂਦੇ ਹੋ? ਦਰਬਾਰ ਦੇ ਰੋਡਾਂ ਤੇ ਸੋ ਰਹੇ ਹੋ? ਹਾਂਜੀ, ਲੋਕੀ ਮੈਨੂੰ ਕਹਿੰਦੇ ਨੇ ਇੱਥੇ ਸਾਡੇ ਕੋਲ ਆਓ, ਇੱਥੇ ਬਹਿ ਕੇ ਦੋਵੇਂ ਜੀ ਖਾਓ, ਦੋਵੇਂ ਪਿਓ ਧੀ ਖਾਓ, ਜਿਹੜੇ ਮੇਰੇ ਜਾਣਨ ਵਾਲੇ ਜਿਨ੍ਹਾਂ ਦੇ ਨਾਲ ਮੇਰਾ ਛੱਤ ਲੱਗ ਹੈ। ਲੇਕਿਨ ਮੈਂ ਕਹਿੰਦਾ ਕਿ ਕੱਲ ਨੂੰ ਇਹਨਾਂ ਦੇ ਉੱਤੇ ਕੋਈ ਬਦਨਾਮੀ ਲੱਗ ਜੇ, ਜਦ ਸਾਨੂੰ ਇਹਨਾਂ ਦੇ ਘਰੇ ਕੋਈ ਬਦਨਾਮੀ ਲਾ ਕੇ ਕੱਢ ਦੇ ਤੇ ਹਰ ਕਿਸੇ ਨੇ ਮੰਨ ਲੈਣਾ। ਤੇ ਇਹਨਾਂ ਬਿਹਤਰ ਹੈ ਕਿ ਦਾਦਾ ਦਾ ਬੈਗ ਟੁੱਕਰ ਖਾ ਲਓ ਬਾਰੇ। ਤੁਸੀਂ ਉਹਦੇ ਵਾਲਦਾ ਇਹਨਾਂ ਨਾਲ ਗੱਲ ਨਹੀਂ ਕੀਤੀ ਜਾ ਕੇ ਆਪਣੇ ਸਸੁਰਾਲ ਨਾਲ? ਜਿਹੜੇ ਨੇ ਨਾ ਉਹਨਾਂ ਨੇ ਕਿਹਾ ਜੇ ਇਹਨੂੰ ਕਦੀ ਵੀ ਅਸੀਂ ਮਿਲਾਂਗੇ ਨਾ ਤੇ ਸਾਡੇ ਸਿਰ ਦੇ ਉੱਤੇ ਜੁੱਤੀਆਂ ਮਾਰੀਆਂ ਆਣਗੇ। ਤੇ ਹੁਣ ਚੋਰੀ ਛੱਪੇ ਇਹਨੂੰ ਮਿਲਦੇ ਨੇ, महल्लेदार भी दादे ने चोरी छपी। ये हालात है जी नाज़रीन के बीवी छोड़ के अपने ही आशना के साथ भाग गई है और छोटी सी बच्ची है, ये देखें ये छोटी सी बच्ची भी है और इसको भी छोड़ के चले गया। यानी कि उस माँ को शर्म नहीं आई जो कि अपनी छोटी सी मासूम सी बच्ची को अपने ही आशना के लिए अपने घर से भागती है और अपना हंसता बसता घर जो है वो उजाड़ देती है। यानी कि शर्म आनी चाहिए ऐसी औरतों को। अभी बेटा बेटा क्या नाम है? नूर फातिमा। नूर फातिमा, मामा की याद आती है? नहीं आती? वैसे ही। हाँ? ऊंची बोल। मामा को कहा नहीं था कि मामा मैं आपकी एक बेटी हूँ तो मुझे छोड़ के आप ना जाएं? नहीं कहा था? हाँ? नहीं, मामा क्या करती थी घर पे जब होती थी? लड़कों को बुलाती थी। लड़कों को बुलाती थी, घर पे बुलाती थी? हाँ जी, अच्छा, तो आपने पापा को कभी नहीं बताया? बताया। फिर पापा मारते थे। पापा मारते थे? ये हालात हैं जी नाज़रीन के, आप सुन सकते हैं। बेटी बता रही है कि वालदा जो है घर में नाजायज़ जिस लड़कों के साथ उसके ताल्लुकात थे उनको घर पे बुलवाती थी, लेकिन अपने शोहर की अदम मौजूदगी में, जब शोहर घर पे मौजूद नहीं होता था तब वो अपनी आशना को अपने घर पे बुलाती थी। लेकिन शर्म आनी चाहिए ऐसी माँ को जिसने अपनी बेटी नहीं देखी, जिसने अपना घर नहीं देखा। और ऐसी औरतें जो हैं वो कहाँ पे सुख लेती हैं? ऐसी औरतों का जो मुकद्दर है वो फुटपाथ होते हैं और इनका मुकद्दर ही फुटपाथ होते हैं, फिर इनकी किस्मत में रोना लिख दिया जाता है।
लेकिन शर्म आनी चाहिए ऐसी औरतों को। तो नाज़रीन ये वीडियोस आपके साथ शेयर करना बहुत ज़रूरी था। कमेंट सेक्शन में अपनी राय से ज़रूर आगाह कीजिएगा। अपने मेज़बान नईम भट्टी को दीजिए इजाज़त और देखते रहिए 1 पॉइंट।